पंजाबी स्टूडियो देख रहे सारे दर्शकों का मैं संजीव भाटा स्वागत करता हाँ। सिख इतिहास अंदर बेअंत शहीद होए हैं। उन्होंने शहीद सिंघां दी याद विच बहुत सारे इतिहासिक गुरुद्वारा साहिब सुशोभित हैं। अज तुहानूं दर्शन करावांगे धन धन साहिबजादा बाबा अजीत सिंह जी की चरण छो प्राप्त धरती गुरुद्वारा शहीदां लद्देवाल माहिलपुर दे अते जाणांगे इत्थों दे इतिहास बारे। आओ करते हैं दर्शन ते जानते हैं इतिहास। पावन स्थान जिहदा तुसीं दर्शन कर रहे हो, ये साहिबजादा बाबा अजीत सिंह साहिब जी की चरण छो प्राप्त धरती है। बाहर कुछ एक लकड़ियां रखियां आ, उन्हां दा की इतिहास वा जी? बाबा जी साहिबजादा अजीत सिंह जी सी, वो किन्ना क समां इत्थे रुके सी? महसूस करते इतने गुरु घर नाल जुड़ के ते सेवा करके जी? बहुत भाजी माण महसूस होंदा है, भागां वाला समझदे अपने आप नूं कि असीं गुरु घर नाल जुड़े हों। सब्जी बरतांदा हुंदा, अंगर जा इत्थे भांडे मांजदा हुंदा, जागदा सेवा करांदा, रोटी बरतांदा हुंदा, मन नूं शांति मिलदी। ਸਾਡੇ ਜਿੱਦਾਂ ਯਾਨੀ ਕਿ ਖੂਨ 'ਚ ਹੀ ਆ ਸਿੱਖ ਧਰਮ, ਅਸੀਂ ਜੁੜੇ ਤਾਂ ਸ਼ੁਰੂ ਤੋਂ ਹੀ ਮਹਾਰਾਜ ਨਾਲ ਹੀ ਆ, ਹੋਰ ਤਾਂ ਕਿਸੇ ਪਾਸੇ ਜਾ ਨਹੀਂ ਸਕਦੇ। ਇਹ ਤਾਂ ਸਾਡਾ ਜਿਹੜਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਗੁਰਦੁਆਰਾ ਵਾ, ਇਸ ਤੋਂ ਉੱਤੇ ਕੋਈ ਹੋਰ ਚੀਜ਼ ਹੈ ਨਹੀਂ ਜੀ। ਜਦੋਂ ਦੇ ਅਸੀਂ ਇੱਥੇ ਸੇਵਾ 'ਤੇ ਜੁੜੇ ਹਾਂ, ਸਮਝ ਲਓ ਵੀ ਜੋ ਨਸ਼ਾ ਆ ਜਾਂ ਸ਼ਰਾਬ ਵਾ, ਇਹਨਾਂ ਚੀਜ਼ਾਂ ਤੋਂ ਦੂਰ ਹੋ ਗਏ। ਆਪਣੇ ਆਪ ਨੂੰ ਬਹੁਤ ਮਨ ਨੂੰ ਖੁਸ਼ੀ ਹੁੰਦੀ ਆ, ਮਨ ਨੂੰ ਸ਼ਾਂਤੀ ਆ ਜਦੋਂ ਦੇ ਅਸੀਂ ਸੇਵਾ ਨਾਲ ਜੁੜੇ ਹੋਵਾਂ। ਤੇ ਇਸ ਗੁਰੂ ਘਰ ਦੇ ਵਿੱਚ ਤੋਂ ਬਹੁਤ ਸਾਰੀਆਂ ਸਾਨੂੰ ਪ੍ਰਾਪਤੀਆਂ ਹੋਈਆਂ, ਤੋਂ ਐਸੀ ਸਾਡੀ ਉਦੋਂ ਦੀ ਲਗਨ ਬਹੁਤ ਜ਼ਿਆਦਾ ਹੋ ਗਈ ਗੁਰੂ ਘਰ ਦੇ ਨਾਲ। ਪਾਰਕਿੰਗ ਦੀ ਹੋਵੇ ਚਾਹੇ ਅੰਦਰ ਕੋਈ ਸੇਵਾ ਹੋਵੇ, ਅਸੀਂ ਇੱਥੇ ਆਪਣਾ ਪੂਰਾ ਫਰਜ਼ ਨਿਭਾਈਦਾ ਜੀ। ਜਿਹੜੇ ਸ਼ਰਾਧ ਵਾ ਸਾਨੂੰ ਮਨਾਉਣੇ ਚਾਹੀਦੇ ਜਾਂ ਨਹੀਂ ਮਨਾਉਣੇ ਚਾਹੀਦੇ ਜੀ? ਵੀ ਪਿੱਤਰ ਭੀ ਬਪਰੇ ਕਿਉਂ ਕਰ ਪਾਵੋ, ਕਊਆ ਕੂਕਰ ਖਾਹੀ। ਹੁਣ ਬਾਹਰ ਜਾ ਕੇ ਲੰਗਰ ਪਦਾਰਥ ਰੱਖ ਦਿਓ, ਉਹ ਕਿਤੇ ਮਰਿਆ ਨੇ ਆ ਕੇ ਥੋੜਾ ਖਾਣੇ ਨੇ, ਉਹ ਤੇ ਕੁੱਤੇ ਆਉਣਗੇ ਜਾਂ ਕਾਂ ਆਉਣਗੇ। ਰਾਜੀ ਰਹਿ ਤੂੰ ਵੀ, ਪਰਮਾਤਮਾ ਤੈਨੂੰ ਬਹੁਤ ਕੁਛ ਦੇਵੇ, ਇੱਥੋਂ ਬਹੁਤ ਕੁਛ ਦੇਵੇ। ਸਤਿ ਸ਼੍ਰੀ ਅਕਾਲ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਆਪਣਾ ਨਾਮ ਕੀ ਹੈ ਜੀ? ਯਾਨੀ ਗੁਰਜਿੰਦਰ ਸਿੰਘ ਜੀ। ਬਾਬਾ ਜੀ ਇੱਥੋਂ ਜਿਹੜਾ ਇਹ ਸ਼ਹੀਦਾਂ ਦੀ ਧਰਤੀ ਆ, ਇਹ ਜਿਹੜਾ ਗੁਰਦੁਆਰਾ ਸਾਹਿਬ ਆ, ਇਹ ਸ਼ਹੀਦਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਪਵਾ ਜਿਹੜੀ, ਤੇ ਬਾਬਾ ਜੀ ਇਹਦਾ ਇਤਿਹਾਸ ਦੱਸ ਸਕਦੇ ਜੀ ਸਾਨੂੰ ਥੋੜਾ ਜਿਹਾ ਜੀ? ਹਾਂਜੀ, ਇਹ ਪਾਵਨ ਸਥਾਨ ਜਿਹਦਾ ਤੁਸੀਂ ਦਰਸ਼ਨ ਕਰ ਰਹੇ ਹੋ, ਇਹ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਇਹਦਾ ਇਤਿਹਾਸਕ ਪੰਨਿਆਂ ਵਿੱਚ ਜਿਵੇਂ ਦਰਜ ਹੈ ਇਤਿਹਾਸ ਦੇ ਵਿੱਚ ਕਿ ਜੇਜੋਂ ਦਾ ਰਹਿਣ ਵਾਲਾ ਦੇਵੀਦਾਸ ਆਪਣੀ ਘਰਵਾਲੀ ਦਾ ਮੁਕਲਾਵਾ ਜੇਜੋਂ ਤੋਂ ਚੱਲ ਕੇ ਬਜਵਾੜੇ ਤੋਂ ਲੈ ਕੇ ਵਾਪਸ ਜੇਜੋਂ ਨੂੰ ਆ ਰਿਹਾ ਸੀ, ਅਤੇ ਬਸੀ ਕਲਾਂ ਦੇ ਮਾਲਕ ਮੁਗਲ ਪਠਾਨ ਹਾਕਮ ਜਾਬਰ ਖਾਨ ਨੇ ਉਹਦੀ ਘਰਵਾਲੀ ਦਾ ਡੋਲਾ ਖੋਲ੍ਹਿਆ, ਅਤੇ ਉਹਨੇ ਆਪਣੀ ਘਰਵਾਲੀ ਦਾ ਡੋਲਾ ਛਡਾਉਣ ਦੇ ਲਈ ਬੜੇ ਥਾਵਾਂ 'ਤੇ ਜਾ ਕੇ ਫਰਿਆਦ ਕੀਤੀ, ਪਰ ਕਿਤੇ ਵੀ ਉਹਦੀ ਫਰਿਆਦ ਪੂਰੀ ਨਾ ਹੋਈ। ਅਖੀਰ ਉਹ ਕਲਗੀਧਰ ਸਾਹਿਬ ਜੀ ਦੇ ਕੋਲ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਫਰਿਆਦੀ ਹੋਇਆ। ਉੱਥੇ ਮਹਾਰਾਜ ਸਾਹਿਬ ਜੀ ਨੂੰ ਜਾ ਕੇ ਬੇਨਤੀ ਕੀਤੀ। ਇਤਿਹਾਸ ਦੇ ਪੰਨਿਆਂ 'ਚ ਦਰਜ ਹੈ, ਇੱਕ ਦਿਜ ਰੋਵਤ ਦੀਨ ਦੁਖੀ ਚੱਲ ਆਇਓ, ਰੋਵਤ ਉੱਤੇ ਬਾਤ ਸੁਣਾਇਓ, ਹੇ ਪ੍ਰਭ ਹਿੰਦ ਧਰਮ ਕੀ ਤੁਜਾ। ਇਹ ਕਲਗੀਧਰ ਸਾਹਿਬ ਜੀ ਮਹਾਰਾਜ ਆਪ ਹਿੰਦੁਸਤਾਨ ਦੇ ਧਰਮ ਦੀ ਤੁਜਾ ਆਸਰਾ ਸਰੂਪ ਹੋ। ਮੈਂ ਦੁਖੀ ਹੋ ਕੇ ਆਪ ਜੀ ਦੇ ਕੋਲ ਆਇਆ, ਮੇਰੀ ਘਰਵਾਲੀ ਦਾ ਡੋਲਾ ਦੇਵੀਦਾਸ ਜੀ ਦਾ ਇਸ ਜਾਬਰ ਖਾਨ ਨੇ ਖੋਹਿਆ ਹੈ, ਅਤੇ ਕਿਤੇ ਵੀ ਮੇਰੀ ਮਹਾਰਾਜ ਸਾਹਿਬ ਦੀ ਫਰਿਆਦ ਪੂਰੀ ਨਹੀਂ ਹੋਈ। ਮੇਰੀ ਘਰਵਾਲੀ ਦਾ ਡੋਲਾ ਮੈਨੂੰ ਛੁਡਾ ਕੇ ਦਿੱਤਾ ਜਾਵੇ, ਨਹੀਂ ਤਾਂ ਮੈਂ ਆਪ ਜੀ ਦੇ ਦੁਆਰੇ 'ਤੇ ਹੀ ਸੜ ਕੇ ਮਰ ਜਾਵਾਂਗਾ। ਫਰਿਆਦ ਕਰਨ ਤੋਂ ਮਹਾਰਾਜ ਸਾਹਿਬ ਜੀ ਨੇ ਸਾਹਿਬ ਬਾਬਾ ਅਜੀਤ ਸਿੰਘ ਜੀ ਨੂੰ ਕੁਝ ਸਿੰਘਾਂ ਦੇ ਜਥੇ ਸਮੇਤ ਇੱਥੇ ਭੇਜਿਆ। ਬਸੀ ਕਲਾਂ ਚੱਬੇਵਾਲ ਤੋਂ ਚੜ੍ਹਦੇ ਵਾਲੇ ਪਾਸੇ ਉੱਥੇ ਥੋੜ੍ਹੀ ਜੰਗ ਹੋਈ। ਉਸ ਤੋਂ ਉਪਰੰਤ ਦੇਵੀਦਾਸ ਦੀ ਘਰਵਾਲੀ ਨੂੰ ਨਾਲ ਲੈ ਕੇ ਜਾਬਰ ਖਾਨ ਦੀਆਂ ਮੁਸ਼ਕਾਂ ਬੰਨ੍ਹ ਕੇ ਅਨੰਦਪੁਰ ਸਾਹਿਬ ਨੂੰ ਚਾਲੇ ਪਾਏ। ਚੱਲਦੇ ਹੋਏ ਸੋਮਵਾਰ ਦੀ ਸ਼ਾਮ ਨੂੰ ਇਸ ਸਥਾਨ 'ਤੇ ਪਹੁੰਚੇ। ਇਸ ਸਥਾਨ 'ਤੇ ਪਹੁੰਚ ਕਰਕੇ ਜਦੋਂ ਰਾਤ ਦੇ ਸਮੇਂ ਜਿਹੜੇ ਸਿੰਘ ਬਹੁਤੇ ਫੱਟੜ ਸੀ ਉਹ ਸ਼ਹੀਦ ਹੋ ਗਏ, ਉਹਨਾਂ ਸਿੰਘਾਂ ਦਾ ਅੰਮ੍ਰਿਤ ਵੇਲੇ ਮੰਗਲਵਾਰ ਵਾਲੇ ਦਿਨ ਸਾਹਿਬ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਆਪਣੇ ਹਸਤ ਕਮਲਾਂ ਨਾਲ ਅੰਤਿਮ ਸੰਸਕਾਰ ਕਰਕੇ ਅਨੰਦਪੁਰ ਸਾਹਿਬ ਨੂੰ ਚਾਲੇ ਪਾਏ। ਇਸੇ ਕਰਕੇ ਹੀ ਹਰੇਕ ਮੰਗਲਵਾਰ ਇੱਥੇ ਭਾਰੀ ਦੀਵਾਨ ਸਜਦੇ ਹਨ।
ਸ਼ਹੀਦਾਂ ਸਿੰਘਾਂ ਦਾ ਅੰਤਮ ਸੰਸਕਾਰ ਜਿਹੜਾ ਉਹ ਮੰਗਲਵਾਰ ਦੇ ਦਿਵਸ ਕੀਤਾ ਗਿਆ। ਇਸ ਤੋਂ ਬਾਅਦ ਸਾਹਿਬਜ਼ਾਦਾ ਜੀ ਨੇ ਅਨੰਦਪੁਰ ਸਾਹਿਬ ਜਾ ਕੇ ਕਲਗੀਧਰ ਸਾਹਿਬ ਜੀ ਦੇ ਹਜ਼ੂਰ ਦੇਵੀਦਾਸ ਉਹਦੀ ਘਰਵਾਲੀ ਅਤੇ ਜਾਵਰ ਖਾਂ ਦੀਆਂ ਮੁਸ਼ਕਾਂ ਬਣ ਕੇ ਕਲਗੀਧਰ ਜੀ ਦੇ ਹਜ਼ੂਰ ਹਾਜ਼ਰ ਕੀਤਾ। ਮਹਾਰਾਜ ਸਾਹਿਬ ਜੀ ਨੇ ਉਸ ਜਾਵਰ ਖਾਂ ਨੂੰ ਉਹਦੀ ਬਣਦੀ ਸਜ਼ਾ ਦੇ ਕਰਕੇ ਅਤੇ ਜਿਹੜੀ ਦੇਵੀਦਾਸ ਦੀ ਘਰਵਾਲੀ ਸੀ ਉਹਨੂੰ ਦੇ ਕੇ ਅਸੀਸ ਦੇ ਕੇ ਉਹਨਾਂ ਨੂੰ ਘਰ ਵੱਲ ਤੋਰਿਆ ਹੈ। ਬਾਬਾ ਜੀ ਜਦੋਂ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਐਂਟਰ ਹੁੰਦੇ ਆ, ਜਿਹੜਾ ਦਰਬਾਰ ਸਾਹਿਬ ਦਾ, ਉੱਥੇ ਬਾਹਰ ਕੁਛ ਇੱਕ ਲੱਕੜੀਆਂ ਰੱਖੀਆਂ ਆ, ਉਹਨਾਂ ਦਾ ਕੀ ਇਤਿਹਾਸ ਵਾ ਜੀ? ਉਹਨਾਂ ਦੇ ਬਾਰੇ ਇਤਿਹਾਸ ਜਿਹੜੇ ਇੱਥੇ ਪੁਰਾਣੀ ਸੰਗਤਾਂ ਜਿਹੜੀਆਂ ਬਜ਼ੁਰਗ ਨੇ ਉਹਨਾਂ ਦੇ ਦੱਸਣ ਮੁਤਾਬਕ ਇੱਥੋਂ ਦੀਆਂ ਜਿਹੜੀਆਂ ਸੰਗਤਾਂ ਨੇ ਕਿ ਜਦੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਸਾਜੀ ਕੀਤੀ ਗਈ ਹੈ ਉਸ ਵੇਲੇ ਜਿਸ ਥਾਂ 'ਤੇ ਸ਼ਹੀਦਾਂ ਸਿੰਘਾਂ ਦੀ ਚਿਖਾ ਦਾ ਥੜਾ ਹੈ, ਜਿੱਥੇ ਅੱਜ ਕੱਲ੍ਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਪ੍ਰਕਾਸ਼ਮਾਨ ਹਨ, ਉਸ ਸਥਾਨ 'ਤੇ ਜਦੋਂ ਇਮਾਰਤ ਬਣਾਉਣੀ ਸ਼ੁਰੂ ਕੀਤੀ ਅਤੇ ਥੱਲੋਂ ਨਿਕਲੀਆਂ ਸਨ ਅਤੇ ਉਸ ਸਮੇਂ ਤੋਂ ਬੜਾ ਸਮਾਂ ਸਾਂਭ ਕਰਕੇ ਇਸੇ ਤਰ੍ਹਾਂ ਰੱਖ ਛੱਡੀਆਂ ਗਈਆਂ। ਅਤੇ ਜਦੋਂ ਹੁਣ ਇਹ ਸਮਾਂ ਬਣਿਆ ਅਤੇ ਫਿਰ ਬਾਅਦ ਦੇ ਵਿੱਚ ਇਹਨਾਂ ਨੇ ਸ਼ੀਸ਼ੇ ਵਿੱਚ ਮੜ ਕੇ ਇੱਥੇ ਸੰਗਤਾਂ ਦੇ ਦਰਸ਼ਨਾਂ ਲਈ ਉਹ ਲੱਕੜਾਂ ਜਿਹੜੀਆਂ ਸੁਭਾਇਮਾਨ ਕੀਤੀਆਂ ਹਨ। ਬਾਬਾ ਜੀ ਜਿਹੜੇ ਬਾਬਾ ਜੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਸੀ, ਉਹ ਕਿੰਨਾ ਕੁ ਸਮਾਂ ਇੱਥੇ ਰੁਕੇ ਸੀ? ਇੱਕ ਰਾਤ ਸੋਮਵਾਰ ਸ਼ਾਮ ਨੂੰ ਇੱਥੇ ਪਹੁੰਚੇ ਨੇ ਜੀ। ਮੰਗਲਵਾਰ ਸਵੇਰ ਦੇ ਸਮੇਂ ਸਾਹਿਬ ਜਿਹੜੇ ਸਿੰਘ ਹੋਏ ਸਨ ਸ਼ਹੀਦ, ਉਹਨਾਂ ਦਾ ਸੰਸਕਾਰ ਕਰਕੇ ਇੱਥੋਂ ਉਹਨਾਂ ਨੇ ਫਿਰ ਚਾਲੇ ਪਾ ਦਿੱਤੇ ਅੱਗੇ ਵੱਲ। ਉਹਨਾਂ ਦੇ ਨਾਲ ਕੋਈ ਹੋਰ ਵੀ ਸੰਗਤ ਸੀਗੀ, ਇਲਾਕੇ ਦੀ ਕੋਈ ਹੋਰ ਵੀ ਸੰਗਤ ਸੀ ਇੱਥੇ ਉਸ ਸਮੇਂ? ਦੇ ਵਿੱਚ ਉਹਨਾਂ ਦੇ ਨਾਲ ਜਿਹੜੇ ਸਿੰਘ ਹੋਏ ਨੇ ਤਕਰੀਬਨ ਵੱਡੋ ਤੋਂ ਬਾਬਾ ਕਰਮ ਸਿੰਘ ਜੀ ਹਨ, ਚੱਬੇਵਾਲ ਤੋਂ ਸੀ ਬਾਬਾ ਜੀ ਜਿਨ੍ਹਾਂ ਦਾ ਸਥਾਨ ਚੱਬੇਵਾਲ ਹੈ, ਬਾਬਾ ਰਤਨ ਸਿੰਘ ਜੀ। ਇਸ ਪ੍ਰਕਾਰ ਹੀ ਨਾਲ ਜਿਹੜੇ ਹੋਰ ਕੋਈ ਜਿਹਦੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਜਿਨ੍ਹਾਂ ਦੇ ਨਾਮ ਦਰਜ ਵੀ ਹਨ। ਕੁਝ ਅੰਦਾਜ਼ੇ ਮੁਤਾਬਕ ਵੀ ਕਹਿ ਸਕਦੇ ਹਾਂ ਕਿ ਜਿਹੜੇ ਉਹ ਸਿੰਘ ਉਸ ਸਮੇਂ ਨਾਲ, ਜਿਵੇਂ ਬਾਬਾ ਅਜੀਤ ਸਿੰਘ ਜੀ ਦੇ ਜਥੇ ਵਿੱਚ ਭਾਈ ਉਦੈ ਸਿੰਘ ਜੀ ਅਤੇ ਜਾਂ ਭਾਈ ਜੀਵਨ ਸਿੰਘ ਜੀ ਅਤੇ ਇਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਜਾਂ ਹੋਰ ਜਿਹੜੇ ਕੋਈ ਸਿੰਘ ਹੋ ਸਕਦੇ ਨੇ ਉਹ ਵੀ ਨਾਲ ਹੁਣ, ਕਿਉਂਕਿ ਉਹਨਾਂ ਦੇ ਵਿਸ਼ੇਸ਼ ਕਰਕੇ ਕੋਈ ਨਾਮ ਤਾਂ ਨਹੀਂ ਆਉਂਦੇ, ਪਰ ਸਾਹਿਬਜ਼ਾਦਾ ਜੀ ਕਿਹੜਾ ਇਕੱਲੇ ਆਏ ਹਨ, ਉਹਨਾਂ ਦੇ ਨਾਲ ਤਕਰੀਬਨ 100 ਤੋਂ 200 ਸਿੰਘਾਂ ਦਾ ਜਥਾ ਜਿਹੜਾ ਇਸ ਧਰਤੀ 'ਤੇ ਪਹੁੰਚਿਆ। ਅਤੇ ਇਲਾਕੇ ਦੀਆਂ ਸੰਗਤਾਂ ਵੀ ਜ਼ਰੂਰ ਹੋਣਗੀਆਂ। ਕਲਗੀਧਰ ਸਾਹਿਬ ਜੀ ਦਾ ਸਾਹਿਬਜ਼ਾਦਾ ਜਾਣ ਕਰਕੇ ਸਤਿਕਾਰ ਲਈ, ਦਰਸ਼ਨਾਂ ਲਈ, ਸਿੰਘਾਂ ਦੇ ਦਰਸ਼ਨ ਵਾਸਤੇ ਜ਼ਰੂਰ ਸੰਗਤਾਂ ਪਹੁੰਚੀਆਂ ਹੋਣਗੀਆਂ। ਬਾਬਾ ਜੀ ਜਿਸ ਸਮੇਂ ਬਾਬਾ ਜੀ ਅਜੀਤ ਸਿੰਘ ਜੀ ਇੱਥੇ ਪਧਾਰੇ, ਉਦੋਂ ਜਿਹੜਾ ਜੁਰਬ ਜ਼ੁਲਮ ਜਿਹੜਾ ਸੀ ਉਹ ਜ਼ੋਰਾਂ 'ਤੇ ਸੀਗਾ, ਉਸ ਸਮੇਂ ਕਿੱਦਾਂ ਉਹ ਅਨੰਦਪੁਰ ਸਾਹਿਬ ਤੋਂ ਇੱਥੇ ਪਹੁੰਚੇ ਹੋਣਗੇ? ਇਹ ਰਸਤੇ ਤਾਂ ਤੁਸੀਂ ਜਾਣਦੇ ਹੀ, ਅੱਜ ਦੇ ਸਮੇਂ ਵੀ ਇੰਨੇ ਸਾਧਨ ਹੋਣ ਦੇ ਬਾਵਜੂਦ ਵੀ ਜਿਹੜੇ ਸਾਧਨ ਆ ਰਸਤੇ ਨੇ ਉਹ ਕੋਈ ਬਹੁਤੇ ਚੰਗੇ ਨਹੀਂ, ਅਤੇ ਉਸ ਸਮੇਂ ਵੀ ਕੋਈ ਰਸਤਾ ਇਹੋ ਜਿਹਾ ਕੋਈ ਬਹੁਤਾ ਚੰਗਾ ਤਾਂ ਹੋਏਗਾ ਹੀ ਨਹੀਂ। ਜੰਗਲ ਦਾ ਰਸਤਾ ਸੀ, ਕੋਈ ਉਜਾੜ ਕਹਿ ਸਕਦੇ ਹੋ, ਰੇਤਲਾ ਇਲਾਕਾ, ਕੋਈ ਝਾੜ ਵੇਲੇ, ਰਸਤੇ ਦੇ ਵਿੱਚ ਸਤਲੁਜ ਦਰਿਆ ਵੀ ਹੈ, ਉਹਨੂੰ ਪਾਰ ਕਰਕੇ ਇੱਥੇ ਪਹੁੰਚੇ ਹੋਣਗੇ ਸਤਿਗੁਰਾਂ ਦੇ ਹੁਕਮ ਦੇ ਨਾਲ ਹੀ। ਬਾਬਾ ਅਜੀਤ ਸਿੰਘ ਜਦੋਂ ਇੱਥੇ ਪਹੁੰਚੇ, ਉਹਨਾਂ ਦਾ ਇਤਿਹਾਸ ਦੇ ਵਿੱਚ ਕਿਤੇ ਨਾ ਕਿਤੇ ਕੋਈ ਜ਼ਿਕਰ ਹੋਊਗਾ, ਕੋਈ ਕਿਤਾਬ ਦਾ ਨਾਂ ਤੁਸੀਂ ਦੱਸ ਸਕਦੇ ਜਿੱਥੇ ਉਹਨਾਂ ਦੇ ਇਤਿਹਾਸ ਦਰਜ ਹੋਇਆ ਜੀ? ਬਿਲਕੁਲ ਜੀ, ਸਤਿਗੁਰੂ ਸਾਹਿਬ ਜੀ ਦਾ ਜਿਹੜਾ ਸਾਰਾ ਇਤਿਹਾਸ ਹੈ, ਗੁਰੂ ਘਰ ਦੇ ਵਿੱਚ ਮਹਾਨ ਸੇਵਕ ਜਿਨ੍ਹਾਂ ਨੇ ਸਾਰੇ ਸਤਿਗੁਰੂ ਸਾਹਿਬਾਨ ਜੀ ਦਾ ਇਤਿਹਾਸ ਲਿਖਿਆ, ਸ਼੍ਰੋਮਣੀ ਕਵੀ ਚੂੜਾਮਣ ਕਵੀ ਜਿਨ੍ਹਾਂ ਨੂੰ ਕਿਹਾ ਭਾਈ ਸੰਤੋਖ ਸਿੰਘ ਜੀ, ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਉਹਨਾਂ ਨੇ ਸਾਰਾ ਇਤਿਹਾਸ ਇੱਥੇ ਆਉਣ ਦਾ ਜਿਹੜਾ ਹੈ ਸਾਹਿਬਜ਼ਾਦਾ ਜੀ ਦਾ। ਅਤੇ ਜਦੋਂ ਬਸੀ ਕਲਾਂ ਚੱਲ ਕੇ ਆਏ, ਦੇਵੀਦਾਸ ਦੀ ਫਰਿਆਦ ਨੂੰ ਸੁਣ ਕੇ ਕਲਗੀਧਰ ਸਾਹਿਬ ਦੇ ਹੁਕਮ ਦੇ ਨਾਲ ਉਹਦੀ ਜਦੋਂ ਆ ਕਰਕੇ ਫਰਿਆਦ ਸੁਣ ਕੇ ਫਿਰ ਉਹਦਾ ਡੋਲਾ ਛਡਾਇਆ, ਕਿਵੇਂ ਵਾਪਸ ਗਏ ਨੇ, ਉਹ ਇਤਿਹਾਸ ਉੱਥੇ ਦਾ ਸਾਰਾ ਦਰਜ ਕੀਤਾ ਗਿਆ ਉਹਦੇ ਵਿੱਚ ਜੀ। ਬਾਬਾ ਜੀ ਜਦੋਂ ਇੱਥੇ ਸੰਗਤਾਂ ਆਉਂਦੀਆਂ ਆ, ਆਪਣੀਆਂ ਮਨੋਕਾਮਨਾ ਪੂਰੀਆਂ ਹੋਣ ਤੋਂ ਬਾਅਦ ਇੱਥੇ ਅਖੰਡ ਪਾਠ ਸਾਹਿਬ ਕਰਾਉਂਦੀਆਂ ਆ, ਉਹ ਕਿੰਨਾ ਕੁ ਸਮਾਂ ਲੱਗ ਜਾਂਦਾ ਆ? ਇੱਕ ਅਖੰਡ ਪਾਠ ਸਾਹਿਬ ਨੂੰ ਇੱਥੇ ਸੰਪੂਰਨ ਹੋਣ ਲਈ ਕਿੰਨਾ ਕੁ ਸਮਾਂ ਲੱਗ ਜਾਂਦਾ? ਕਰੀਬਨ ਮਹੀਨੇ ਕੁ ਬਾਅਦ ਦੀ ਵਾਰੀ ਸੰਗਤਾਂ ਦੀ ਆ ਜਾਂਦੀ ਹੈ। ਮਹੀਨੇ ਕੁ ਦੀ 1 ਮਹੀਨੇ ਤੱਕ ਦੀ ਬੁਕਿੰਗ ਜਿਹੜੀ ਆ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਹਮੇਸ਼ਾ ਚੱਲਦੀ ਰਹਿੰਦੀ ਹੈ। ਸਤਿਗੁਰੂ ਸਾਹਿਬ ਜੀ ਸ਼ਹੀਦਾਂ ਸਿੰਘਾਂ ਦੇ ਦਰ 'ਤੇ ਬੇਅੰਤ ਸੰਗਤਾਂ ਦੀ ਸ਼ਰਧਾ, ਉਹ ਸ਼ਰਧਾ ਦੇ ਮੁਤਾਬਕ ਬੇਅੰਤੀ ਸੰਗਤਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਵਾਹ ਆਰੰਭ ਕਰਵਾਉਂਦੀਆਂ। ਜਿੱਦਾਂ ਇਲਾਕੇ ਵਿੱਚ ਜਿਹੜਾ ਇਹ ਲੱਦੇਵਾਲ ਗੁਰਦੁਆਰਾ ਸਾਹਿਬ ਆ ਬਹੁਤ ਫੇਮਸ ਵਾ, ਕੀ ਦੇਸ਼ ਵਿਦੇਸ਼ ਵਿੱਚ ਵੀ ਇੱਥੋਂ ਦੀਆਂ ਸੰਗਤਾਂ ਇੱਥੇ ਗੁਰਦੁਆਰਾ ਸਾਹਿਬ ਦੇ ਨਾਲ ਜੁੜੀਆਂ ਆ? ਜੀ ਬਿਲਕੁਲ, ਸਾਰੀ ਦੁਨੀਆ ਦੇ ਵਿੱਚ ਕਹਿ ਸਕਦੇ ਹੋ, ਅਮਰੀਕਾ, ਕੈਨੇਡਾ, ਇੰਗਲੈਂਡ, ਹੋਰ ਦੁਨੀਆ ਦੀਆਂ ਕੰਟਰੀਆਂ ਜਿਹੜੀਆਂ ਨੇ, ਇੱਥੋਂ ਤੱਕ ਕਿ ਭਾਰਤ ਦੇਸ਼ ਦੇ ਵਿੱਚ ਜਿੰਨੀਆਂ ਸਟੇਟਾਂ ਨੇ ਵੱਖਰੀਆਂ, ਰਾਜਸਥਾਨ, ਯੂਪੀ ਹੈ, ਫਿਰ ਇਸੇ ਤਰ੍ਹਾਂ ਮੁੰਬਈ ਤੱਕ ਹੋਰ ਜਿੰਨੀਆਂ ਸਟੇਟਾਂ ਨੇ, ਬੇਅੰਤੀ ਸੰਗਤਾਂ ਨੇ ਦੂਰ ਦੂਰ ਤੱਕ ਵਸਦੀਆਂ ਇੱਥੇ ਦੀਆਂ। ਬਾਬਾ ਜੀ ਜਿਹੜਾ ਇਹ ਗੁਰਦੁਆਰਾ ਸਾਹਿਬ ਆ, ਇੱਥੇ ਕੋਈ ਕਮੇਟੀ ਆ ਜਾਂ ਕੋਈ ਸੁਸਾਇਟੀ ਇਸ ਗੁਰਦੁਆਰੇ ਨੂੰ ਚਲਾਉਂਦੀ ਆ ਜੀ? ਹਾਂਜੀ, ਇਹ ਸਵਾਲ ਤੁਸੀਂ ਬੜਾ ਵਧੀਆ ਕੀਤਾ। ਪੰਥ ਦੀ ਸ਼੍ਰੋਮਣੀ ਜਥੇਬੰਦੀ ਜਿਹੜੀ ਹੈ, ਸਰਮੌਰ ਜਥੇਬੰਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸ਼ਹੀਦਾਂ ਦੀ ਜਥੇਬੰਦੀ ਹੈ, ਅਤੇ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੇ ਸੁਚੱਜੇ ਢੰਗ ਨਾਲ ਇੱਥੋਂ ਦਾ ਸਾਰਾ ਪ੍ਰਬੰਧ ਨਿਭਾ ਰਹੀ ਹੈ। ਸਤਿਗੁਰੂ ਸਾਹਿਬ ਜੀ ਦੀ ਬੜੀ ਬੇਅੰਤ ਕਿਰਪਾ ਹੈ।
ਸਟਾਫ ਬੜਾ ਵਧੀਆ ਪ੍ਰੇਮ ਦੇ ਨਾਲ ਸੇਵਾਵਾਂ ਨਿਭਾ ਰਹੇ ਨੇ। ਸਤਿਗੁਰੂ ਸਾਹਿਬ ਜੀ ਦੇ ਸਤਿਕਾਰ ਦੇ ਸੰਬੰਧ ਵਿੱਚ ਹਰ ਰੋਜ਼ ਪ੍ਰਕਾਸ਼ ਤੋਂ ਬਾਅਦ 5 ਬਾਣੀਆਂ ਦੇ ਨਿਤਨੇਮ, ਫਿਰ ਆਸਾ ਜੀ ਦੀ ਵਾਰ ਦੇ ਕੀਰਤਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਲੜੀਵਾਰ ਕਥਾ, ਦਿਨ ਦੇ ਸਮੇਂ ਵੀ ਇਸੇ ਤਰ੍ਹਾਂ, ਫਿਰ ਸ਼ਾਮ ਦੇ ਸਮੇਂ ਵੀ ਕਥਾ ਇਤਿਹਾਸ ਦੀ, ਫਿਰ ਉਸ ਤੋਂ ਉਪਰੰਤ ਗੁਰੂ ਕੀ ਬਾਣੀ ਦੇ ਕੀਰਤਨ, ਰਹਿਰਾਸ ਸਾਹਿਬ ਦੀ ਬਾਣੀ, ਅਤੇ ਜਿਹੜੇ ਵਿਸ਼ੇਸ਼ ਗੁਰਪੁਰਬ ਹਨ ਉਹਨਾਂ ਨੂੰ ਵੀ ਵਿਸ਼ੇਸ਼ ਕਰਕੇ ਅਖੰਡ ਪਾਠ ਸਾਹਿਬ ਜੀ ਆਰੰਭ ਕਰਕੇ ਦੀਵਾਨ ਸਜਾ ਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੇ ਪ੍ਰੇਮ ਨਾਲ ਸਾਰੇ ਇਤਿਹਾਸਕ ਪੁਰਬ ਜਿਹੜੇ ਨੇ ਬੜੀ ਸ਼ਰਧਾ ਨਾਲ ਮਨਾਏ ਜਾਂਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਲਾਕੇ ਦੇ ਮੈਂਬਰ ਸਾਹਿਬ ਬੜੇ ਸੁਚੱਜੇ ਢੰਗ ਦੇ ਨਾਲ ਇੱਥੋਂ ਦਾ ਸਾਰਾ ਪ੍ਰਬੰਧ ਚਲਾ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੁਰਦੁਆਰਾ ਸਾਹਿਬ ਦੀ ਸਾਰੀ ਜਿਹੜੀ ਸਾਂਭ ਸੰਭਾਲ ਸੇਵਾ ਆਪਣੀ ਦੇਖ ਰੇਖ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਬੜੇ ਸੁਚੱਜੇ ਢੰਗ ਨਾਲ ਕਰ ਰਹੀ ਹੈ। ਬਾਬਾ ਜੀ, ਜਦੋਂ ਆਪਾਂ ਦਰਬਾਰ ਸਾਹਿਬ ਵਿੱਚ ਅੱਜ ਇੱਥੇ ਆਣ ਕੇ ਐਂਟਰ ਕੀਤਾ, ਉੱਥੇ ਜਿਹੜੇ ਗ੍ਰੰਥੀ ਸਿੰਘ ਸੀਗੇ ਉਹਨਾਂ ਨੇ ਜਿੱਦਾਂ ਸ਼ਰਾਧਾਂ ਦਾ ਹੁਣ ਜਿਹੜਾ ਸਮਾਂ ਚੱਲਦਾ ਸ਼ਰਾਧਾਂ ਦਾ ਆ, ਸ਼ਰਾਧਾਂ ਦੇ ਉੱਤੇ ਉਹਨਾਂ ਨੇ ਇੱਕ ਜਿੱਦਾਂ ਗੁਰਬਾਣੀ ਦੀ ਪੰਕਤੀ ਲੈ ਕੇ ਵਿਆਖਿਆ ਕੀਤੀ। ਕੀ ਜਿਹੜੇ ਸ਼ਰਾਧ ਵਾ ਸਾਨੂੰ ਮਨਾਉਣੇ ਚਾਹੀਦੇ ਜਾਂ ਨਹੀਂ ਮਨਾਉਣੇ ਚਾਹੀਦੇ ਜੀ? ਦੇਖੋ, ਸਤਿਗੁਰੂ ਸਾਹਿਬ ਜੀ ਨੇ ਸਾਨੂੰ ਹਰੇਕ ਪੱਖ ਤੋਂ ਸੁਚੇਤ ਕੀਤਾ। ਸੰਸਾਰ ਦੇ ਵਿੱਚ ਬੜੇ ਸਾਰੇ ਭਰਮ ਜਿਹੜੇ ਪੈ ਗਏ ਨੇ ਜਿਨ੍ਹਾਂ ਕਰਕੇ ਗੁਰੂ ਕੀ ਸਿੱਖੀ ਤੋਂ ਅਸੀਂ ਦੂਰ ਹੁੰਦੇ ਜਾ ਰਹੇ, ਗੁਰੂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਿੱਖਿਆ ਪ੍ਰਦਾਨ ਕੀਤੀ ਹੈ। ਅੱਜ ਸ਼ਰਾਧਾਂ ਦਾ ਇਹ ਸਮਾਂ ਚੱਲ ਰਿਹਾ ਅਤੇ ਉਹ ਭਾਈ ਸਾਹਿਬ ਜੀ ਨੇ ਜਿਹੜਾ ਵਚਨ ਕਿਹਾ ਸੀ, ਪੰਕਤੀ ਪੜ੍ਹੀ ਸੀ, ਉਹ ਪੰਕਤੀ ਦਾ ਵਚਨ ਇਹ ਅਰਥ ਭਾਵ ਹੈ ਕਿ ਜੀਵਤ ਪਿਤਰ ਨਾ ਮਾਨੈ ਕੋ ਮੂਏ ਸ਼ਰਾਧ ਕਰਾਹੀ। ਜਿਉਂਦੇ ਪਿਤਰ ਕਿਹਨੂੰ ਕਹਿੰਦੇ ਨੇ? ਪਿਤਰ ਹਨ ਜਿਹੜੇ ਸਾਡੇ ਵੱਡੇ ਬਜ਼ੁਰਗ ਜਿਹੜੇ ਸੰਸਾਰ ਤੋਂ ਚਲੇ ਗਏ, ਜਿਵੇਂ ਦਾਦੇ ਪੜਦਾਦੇ ਸਾਡੇ ਵੱਡੇ ਜਿਹੜੇ ਹਨ, ਉਹਨਾਂ ਨੂੰ ਜਠੇਰੇ ਕਹਿ ਕੇ ਵੀ ਪੂਜ ਲੈਂਦੇ ਨੇ, ਪਿਤਰ ਵੀ ਕਹਿ ਲੈਂਦੇ ਨੇ ਲੋਕ। ਹੁਣ ਉਹ ਪਿਤਰ ਜਿਹੜੇ ਸੰਸਾਰ ਤੋਂ ਚਲੇ ਗਏ, ਜੀਵਤ ਪਿਤਰ ਨਾ ਮਾਨੈ ਕੋ, ਜਿਉਂਦਿਆਂ ਦੀ ਸੇਵਾ ਕੋਈ ਨਹੀਂ ਕੀਤੀ, ਅਤੇ ਮੂੰਹੇ ਸ਼ਰਾਧ ਕਰਾਈ। ਮੂੰਹੇ ਨਾ ਮਰਨ ਤੋਂ ਬਾਅਦ ਕਹਿੰਦੇ ਉਹਨਾਂ ਦੇ ਸ਼ਰਾਧ ਕਰਾਉਂਦੇ ਆ, ਘਰ ਦੇ ਵਿੱਚ ਸੱਦ ਕੇ ਲੰਗਰ ਪਦਾਰਥ ਛਕਾਉਂਦੇ ਹੋ, ਫਿਰ ਜਾ ਕਰਕੇ ਥਾਵਾਂ 'ਤੇ ਲੰਗਰ ਦਾਨ ਕਰਦੇ ਹੋ, ਪ੍ਰਸਾਦ ਪਦਾਰਥ ਦਿੰਦੇ ਹੋ। ਜੀਵਤ ਪਿਤਰ ਨਾ ਮਾਨੈ ਕੋ ਮੂੰਹੇ ਸ਼ਰਾਧ ਕਰਾਈ, ਮੂੰਹਿਆਂ ਦੇ ਸ਼ਰਾਧ ਕਰਾਉਂਦੇ ਹੋ। ਜੇ ਕਹਿੰਦੇ ਇਹ ਮੂੰਹਿਆਂ 'ਤੇ ਸ਼ਰਾਧ ਕਰਾਏ, ਉਹਨਾਂ ਦਾ ਲਾਭ ਕੀ ਹੈ? ਜੇ ਉਹਨਾਂ ਦੇ ਜਿਉਂਦਿਆਂ ਉਹਨਾਂ ਨੂੰ ਪਾਣੀ ਤੱਕ ਨਹੀਂ ਪੁੱਛਿਆ, ਟਹਿਲ ਸੇਵਾ ਕੋਈ ਨਹੀਂ ਕੀਤੀ, ਪਰ ਮਰਿਆਂ ਦੇ ਪਿੱਛੋਂ ਉਹਨਾਂ ਦੇ ਲਈ ਲੰਗਰ ਪਦਾਰਥ ਤਿਆਰ ਕਰਕੇ ਵਰਤਾਉਂਦੇ ਹੋ, ਲੰਗਰ ਲਾਉਂਦੇ ਹੋ, ਉਹਦਾ ਕੀ ਲਾਭ ਹੈ? ਤਾਂ ਇਸ ਵਾਸਤੇ ਉਹ ਸਮਝਾਇਆ ਹੈ ਸਤਿਗੁਰੂ ਸਾਹਿਬ ਜੀ ਨੇ ਵੀ ਪਿੱਤਰ ਭੀ ਬਪਰੇ ਕਿਉਂ ਕਰ ਪਾਵੋ ਕਊਆ ਕੂਕਰ ਖਾਹੀ। ਹੁਣ ਬਾਹਰ ਜਾ ਕੇ ਲੰਗਰ ਪਦਾਰਥ ਰੱਖ ਦਿਓ, ਉਹ ਕਿਤੇ ਮਰਿਆਂ ਨੇ ਆ ਕੇ ਥੋੜ੍ਹਾ ਖਾਣੇ ਨੇ, ਉਹ ਤਾਂ ਕੁੱਤੇ ਆਉਣਗੇ ਜਾਂ ਕਾਂ ਆਉਣਗੇ, ਜਾਂ ਜਿਹਨੂੰ ਸ਼ਿਕਾਇ ਉਹਦੇ ਸਰੀਰ 'ਚੋਂ ਬਿਸ਼ਟਾ ਬਣ ਕੇ ਬਾਹਰ ਨਿਕਲਣੀ ਆ, ਉਹ ਗੰਦ ਨੂੰ ਕੁੱਤਿਆਂ ਨੇ ਜਾ ਕੇ ਮੂੰਹ ਮਾਰਨਾ ਜਾਂ ਕਾਵਾਂ ਨੇ ਮੂੰਹ ਮਾਰਨਾ ਹੈ। ਇਸ ਵਾਸਤੇ ਸਤਿਗੁਰੂ ਸਾਹਿਬ ਜੀ ਸਮਝਾਉਂਦੇ ਵੀ ਜੀਵਤ ਮਿੱਤਰ ਜਿਹੜੇ ਜਿਉਂਦੇ ਪਿੱਤਰ ਨੇ ਨਾ, ਉਹਨਾਂ ਦਾ ਸਤਿਕਾਰ ਕਰੋ, ਆਪਣੇ ਮਾਤਾ ਪਿਤਾ ਦੀ ਟਹਿਲ ਸੇਵਾ ਕਰੋ, ਉਹਨਾਂ ਦਾ ਸਤਿਕਾਰ ਰੱਖੋ। ਮਰਿਆਂ ਦੇ ਮਗਰੋਂ ਤਾਂ ਕੀ ਫਾਇਦਾ, ਫਿਰ ਲਾਭ ਕੀ ਹੈ ਉਸ ਦਾ? ਇਸ ਵਾਸਤੇ ਸ਼ਰਾਧਾਂ ਨੂੰ ਮਨਾਉਣ ਦਾ ਕੋਈ ਲਾਭ ਨਹੀਂ ਹੈ। ਇਹ ਤਾਂ ਇੱਕ ਭਰਮਜਾਲ ਜਿਹਾ ਪਾਇਆ ਹੋਇਆ ਲੋਕਾਂ ਨੂੰ ਭਰਮ ਦੇ ਵਿੱਚ ਪਾਉਣ ਲਈ। ਹਾਂ, ਇਹ ਗੱਲ ਹੈ ਵੀ ਇਸ ਬਾਤ ਨੂੰ ਜਾਣ ਕੇ ਕਿਤੇ ਭੁਲੇਖਾ ਨਹੀਂ ਖਾ ਲੈਣਾ ਵੀ ਸਤਿਗੁਰੂ ਸਾਹਿਬ ਜੀ ਦੇ ਦਰ ਜਾ ਕੇ ਗੁਰੂ ਕੇ ਲੰਗਰਾਂ ਦੇ ਵਿੱਚ ਰਸਤ ਵਸਤ ਨਹੀਂ ਭੇਟ ਕਰਨੀ। ਉਹ ਤਾਂ ਜਿਹੜਾ ਨਿਯਮ ਹੈ ਨਾ, ਸਤਿਗੁਰੂ ਸਾਹਿਬ ਜੀ ਨੇ ਲੰਗਰ ਦੀ ਪ੍ਰਥਾ ਆਰੰਭ ਕੀਤੀ ਹੈ ਅਤੇ ਉਹ ਸਾਰਿਆਂ ਲਈ ਵਰਤਦਾ ਹੈ, ਪਰ ਜੇ ਮਨ ਵਿੱਚ ਭਾਵ ਸ਼ਰਾਧ ਦਾ ਹੈ ਫਿਰ ਉਹ ਸਫਲਾ ਨਹੀਂ ਹੈ। ਇਸ ਲਈ ਸਤਿਗੁਰੂ ਸਾਹਿਬ ਨੇ ਜਿਹੜੀ ਸਿੱਖਿਆ ਦਿੱਤੀ ਉਹਨੂੰ ਲੈ ਕੇ ਸਦਾ ਚੱਲਣਾ। ਬਾਬਾ ਜੀ, ਸਾਡੇ ਮਾਧਿਅਮ ਰਾਹੀਂ ਆਮ ਸੰਗਤ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ? ਕਿੱਦਾਂ ਗੁਰੂ ਦੇ ਲੜ ਲੱਗ ਸਕਦੇ ਆ, ਕਿੱਦਾਂ ਗੁਰਦੁਆਰੇ ਸਾਹਿਬਾਂ ਵਿੱਚ ਆਣ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰ ਸਕਦੇ ਆ? ਅਪੀਲ ਨਹੀਂ ਜੀ, ਬੇਨਤੀ ਹੈ ਸਭ ਸੰਗਤਾਂ ਦੇ ਚਰਨਾਂ ਵਿੱਚ ਵੀ ਸਤਿਗੁਰੂ ਸਾਹਿਬ ਤੋਂ ਵੱਡਾ ਸੰਸਾਰ 'ਚ ਕੋਈ ਨਹੀਂ, ਅਕਾਲ ਪੁਰਖ ਤੋਂ ਵੱਡਾ ਕੋਈ ਨਹੀਂ ਹੈ। ਸੰਸਾਰੀਆਂ ਦਾ ਖਹਿੜਾ ਛੱਡ ਕੇ ਇਸ਼ਟ ਦੇਵ ਅਕਾਲ ਪੁਰਖ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਈਏ, ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਨੂੰ ਦ੍ਰਿੜ ਕਰੀਏ, ਅੰਮ੍ਰਿਤਧਾਰੀ ਹੋਈਏ, ਗੁਰੂ ਕੀ ਸਿੱਖੀ ਧਾਰਨ ਕਰੀਏ। ਸਭ ਤੋਂ ਵੱਡਾ ਸਾਧਨ ਹੈ ਸਤ ਸੰਗਤ। ਸੰਗਤ ਦੇ ਵਿੱਚ ਜੁੜ ਕੇ ਗੁਰੂ ਕੀ ਬਾਣੀ ਸੁਣੀਏ, ਕਥਾ ਕੀਰਤਨ ਸੁਣੀਏ, ਅਤੇ ਉਹਨੂੰ ਸੁਣਨੇ ਤੋਂ ਬਾਅਦ ਨਾਮ ਸਿਮਰਨ ਦਾ ਜਿਹੜਾ ਚਾਅ ਉਹ ਹਿਰਦੇ 'ਚ ਪੈਦਾ ਹੁੰਦਾ। ਫਿਰ ਜਦੋਂ ਨਾਮ ਜਪਣ ਦਾ ਚਾਅ ਪੈਦਾ ਹੁੰਦਾ, ਨਾਮ ਜਪ ਕੇ ਸਿਮਰ ਕੇ ਫਿਰ ਉਹਦੀ ਅਭਿਆਸ ਕਮਾਈ ਕਰ ਲੈਂਦਾ ਜੀਵ, ਫਿਰ ਸਤਿਗੁਰੂ ਸਾਹਿਬ ਜੀ ਦੀਆਂ ਬੇਅੰਤੀ ਬਖਸ਼ਿਸ਼ਾਂ ਹੋ ਜਾਂਦੀਆਂ ਜਿਹੜੀਆਂ ਕਹਿਣ ਤੋਂ ਕਥਨ ਤੋਂ ਪਰੇ ਹਨ। ਇਸ ਲਈ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਵੀ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਵਿੱਚ ਲੱਗੀਏ। ਸੰਸਾਰੀਆਂ ਦਾ ਖਹਿੜਾ ਦੇਹਧਾਰੀ ਗੁਰੂ ਜਿਹੜੇ ਉਹਨਾਂ ਦਾ ਖਹਿੜਾ ਛੱਡ ਕੇ, ਮੜੀਆਂ ਮੱਟਾਂ ਮਸਾਣੀਆਂ ਨੂੰ ਛੱਡ ਕੇ ਇੱਕ ਅਕਾਲ ਪੁਰਖ ਦੇ ਚਰਨਾਂ ਵਿੱਚ ਆਈਏ, ਇਹੀ ਬੇਨਤੀ ਹੈ ਜੀ। ਬਾਬਾ ਜੀ, ਪੰਜਾਬੀ ਸਟੂਡੀਓ ਨੂੰ ਟਾਈਮ ਦੇਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਆਪ ਜੀ ਨੇ ਆ ਕੇ ਇਸ ਸਥਾਨ ਦੇ ਆਪਣੇ ਮਾਧਿਅਮ ਰਾਹੀਂ ਸੰਗਤਾਂ ਨੂੰ ਦਰਸ਼ਨ ਕਰਾਉਣ ਦਾ ਉਪਰਾਲਾ ਕੀਤਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਾਬਾ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਬਾਬਾ ਜੀ ਕੀ ਨਾਮ ਜੀ ਆਪਣਾ? ਚਰਨਜੀਤ ਸਿੰਘ। ਬਾਬਾ ਜੀ ਕਿੰਨਾ ਸਮਾਂ ਹੋ ਗਿਆ ਇੱਥੇ ਜੋੜਿਆਂ ਦੀ ਸੇਵਾ ਨਿਭਾਉਂਦਿਆਂ ਨੂੰ ਤੁਹਾਨੂੰ? 10 ਕੁ ਸਾਲ ਹੋ ਗਏ ਹੋਣੇ ਜੀ। ਕਿਹੜਾ ਪਿੰਡ ਬਾਬਾ ਜੀ? ਮੱਖਣਗੜ੍ਹ ਜੀ। ਇੱਥੇ ਸੰਗਤ ਦੀ ਸੇਵਾ ਕਰਕੇ ਕਿੱਦਾਂ ਦਾ ਮਹਿਸੂਸ ਕਰਦੇ ਆ ਜੀ? ਬਹੁਤ ਵਧੀਆ ਮਹਿਸੂਸ ਹੁੰਦਾ ਜੀ, ਸਾਰੇ ਕੰਮਾਂ 'ਚ ਸਿੱਧਾ ਹੀ ਹੁੰਦੇ ਆ ਜੀ। ਕਿਹੜੇ ਕਿਹੜੇ ਦਿਨ ਇੱਥੇ ਆਉਂਦੇ ਆ ਜਾਂ ਕੋਈ ਸਪੈਸ਼ਲ ਦਿਨ ਤੁਸੀਂ ਇੱਥੇ ਆਉਂਦੇ ਆ ਜੀ? ਹਰੇਕ ਮੰਗਲਵਾਰ ਆਈਦਾ ਜੀ। ਹਾਂਜੀ ਹਰੇਕ ਮੰਗਲਵਾਰ ਆਣ ਕੇ ਇੱਥੇ ਸਾਰਾ ਦਿਨ ਤੁਸੀਂ ਰਹਿ ਕੇ ਸੇਵਾ ਕਰਨੀ ਆ? ਹਾਂਜੀ ਹਾਂਜੀ ਹਾਂਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਬਾਈ ਜੀ ਕਿੰਨਾ ਸਮਾਂ ਹੋ ਗਿਆ ਇੱਥੇ ਸੇਵਾ ਕਰਦਿਆਂ ਨੂੰ ਤੁਹਾਨੂੰ? ਸਾਨੂੰ ਹੋ ਗਏ 4-5 ਸਾਲ ਜੀ। ਹਰੇਕ ਮੰਗਲਵਾਰ ਇੱਥੇ ਆਨੇ ਜੀ ਤੁਸੀਂ? ਹਾਂਜੀ ਕਿੱਦਾਂ ਦਾ ਮਹਿਸੂਸ ਕਰਦੇ ਇੱਥੇ ਸੇਵਾ ਕਰਕੇ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ ਆਨੰਦ ਆਉਂਦਾ ਜੀ ਸੇਵਾ ਕਰਕੇ। ਸਾਨੂੰ ਬਹੁਤ ਚੰਗਾ ਲੱਗਦਾ ਜੀ। ਹੋਰ ਵੀ ਸਾਡੇ ਨਾਲ ਬੈਠਦੇ ਆ, ਮੁੰਡੇ ਵੀ ਆਉਂਦੇ ਸੇਵਾ ਕਰਨ। ਕਿੱਥੋਂ ਆਉਨੇ ਤੁਸੀਂ? ਇੱਥੋਂ ਹੀ ਮਾਲਪੁਰੋਂ ਲੋਕਲ ਹੀ 5 ਵਜੇ ਤੱਕ ਜੋੜੇ ਪਾਲਿਸ਼ ਕਰਨੇ, ਤਲੇ ਲਾਣੇ, ਇਹ ਜੁੱਤੀਆਂ ਗੱਠਣੀਆਂ। ਇਹ ਸੇਵਾ ਹਰਦੀਪ ਜਿਹੜੇ ਠੇਕੇਦਾਰ ਇੱਥੇ ਬਾਹੋਵਾਲ ਦੇ ਉਹ ਸੇਵਾ ਕਰਾਉਂਦੇ ਜੀ। ਇਹ ਸਮਾਨ ਉਹਨਾਂ ਨੇ ਸਾਰਾ ਰੱਖਿਆ, 50-60 ਹਜ਼ਾਰ ਦਾ ਸਮਾਨ ਹੈਗਾ, ਇਹ ਸਾਰਾ ਉਹਨਾਂ ਦਾ ਹੀ ਹੈ। ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ੍ਰੀ ਅਕਾਲ। ਮਾਤਾ ਜੀ ਕਿੰਨਾ ਸਮਾਂ ਹੋ ਗਿਆ ਇਸ ਗੁਰੂ ਘਰ ਦੇ ਨਾਲ ਜੁੜੇ ਹੋਇਆਂ ਨੂੰ? ਮੈਨੂੰ 12-13 ਸਾਲ ਹੋ ਗਿਆ ਪਤਾ। ਹਰੇਕ ਮੰਗਲਵਾਰ ਆਉਣੀ ਮੈਂ। ਇੱਥੇ ਆਣ ਕੇ ਕਿੱਦਾਂ ਦਾ ਮਹਿਸੂਸ ਕਰਦੇ ਆ ਜੀ? ਨਹੀਂ ਵਧੀਆ ਮਹਿਸੂਸ ਕਰਦੀ ਪਤਾ। ਚੰਗਾ ਲੱਗਦਾ ਇੱਥੇ ਸੰਗਤ ਦੇ ਦਰਸ਼ਨ ਕਰਕੇ, ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਮਨ ਨੂੰ ਸਕੂਨ ਮਿਲਦਾ ਜੀ? ਜੀ ਮੇਰੇ ਮਨੋਕਾਮਨਾ ਪੂਰੀਆਂ ਹੁੰਦੀਆਂ ਇੱਥੋਂ। ਇੱਥੇ ਆਣ ਕੇ ਜਿਹੜੀਆਂ ਵੀ ਮਨੋਕਾਮਨਾ ਪੂਰੀਆਂ ਮੰਗਦੇ ਆ ਤੁਸੀਂ ਪੂਰੀਆਂ ਹੁੰਦੀਆਂ ਤੁਹਾਡੀਆਂ? ਹੁੰਦੀਆਂ ਪੂਰੀਆਂ। ਆਮ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਆ? ਇਹੀ ਕਹਿਣਾ ਚਾਹੁੰਦੀ ਆ ਵੀ ਇੱਥੇ ਆਵੋ, ਮੱਥਾ ਟੇਕੋ, ਗੁਰੂ ਘਰ ਬੈਠੋ। ਠੀਕ ਆ ਮਾਤਾ ਜੀ, ਧੰਨਵਾਦ ਜੀ। ਅੱਛਾ ਜੀ, ਧੰਨਵਾਦ। ਰਾਜੀ ਰਹਿ ਤੂੰ ਵੀ, ਪਰਮਾਤਮਾ ਤੈਨੂੰ ਬਹੁਤ ਕੁਛ ਦਵੇ, ਇੱਥੋਂ ਬਹੁਤ ਕੁਛ ਦਵੇ। ਧੰਨਵਾਦ ਮਾਤਾ ਜੀ, ਧੰਨਵਾਦ। ਬਾਬਾ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਬਾ ਜੀ ਕੀ ਨਾਮ ਜੀ ਆਪਣਾ? ਭੁਪਿੰਦਰ ਸਿੰਘ। ਕਿਹੜਾ ਪਿੰਡ ਜੀ? ਫਤਿਹਪੁਰ। ਕਿੱਦਾਂ ਦਾ ਮਹਿਸੂਸ ਕਰਦੇ ਇੱਥੇ ਸੇਵਾ ਕਰਕੇ ਜੀ? ਬਹੁਤ ਵਧੀਆ ਜੀ, ਮਨ ਨੂੰ ਸ਼ਾਂਤੀ ਮਿਲਦੀ ਇੱਥੇ ਸੇਵਾ ਕਰਕੇ? ਪੂਰੀ ਸ਼ਾਂਤੀ, ਪੂਰੀ। ਹਾਂਜੀ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਬਾਈ ਜੀ ਕੀ ਨਾਮ ਜੀ ਆਪਣਾ? ਮੇਰਾ ਭਾਈ ਸਤਵਿੰਦਰ ਸਿੰਘ ਲਾਲੀ। ਕਿਹੜਾ ਪਿੰਡ ਬਾਈ ਜੀ ਆਪਣਾ? ਮੇਰਾ ਪਿੰਡ ਭਾਜੀ ਮਾਲਪੁਰਾ ਹੀ ਆ। ਬਾਈ ਜੀ ਇੱਥੇ ਕਿੰਨੇ ਸਾਲ ਤੋਂ ਤੁਸੀਂ ਇੱਥੇ ਛਬੀਲ ਦੀ ਸੇਵਾ ਕਰ ਰਹੇ ਆ ਜੀ? ਭਾਈ ਘੱਟੋ ਘੱਟ 15 ਕੁ ਸਾਲ ਤਾਂ ਹੋ ਗਏ ਹੋਣੇ ਆ। ਇੱਥੇ ਹਰੇਕ ਮੰਗਲਵਾਰ ਛਬੀਲ ਦੀ ਸੇਵਾ ਕਰਦੇ ਆ ਜੀ? ਹਾਂਜੀ ਭਾਜੀ, ਜਿੱਦਾਂ ਸਵੇਰੇ ਸਵੇਰੇ ਛਬੀਲ ਦੀ, ਉਹਦੇ ਤੋਂ ਬਾਅਦ ਜਿੱਦਾਂ ਹੋਰ ਸੇਵਾਵਾਂ, ਜਿੱਦਾਂ ਜੋੜਾ ਘਰ 'ਚ ਹੋਰ ਗੁਰੂ ਘਰ ਦੀਆਂ ਸੇਵਾਵਾਂ ਜਿੱਦਾਂ ਹਨਾ ਭਾਜੀ, ਉਹ ਵੀ ਸੇਵਾਵਾਂ ਕਰਦੇ। ਜਿੱਦਾਂ ਸਵੇਰੇ ਜਿੱਦਾਂ ਛਬੀਲ ਦੀ ਹੁੰਦੀ ਗਰਮੀਆਂ, ਬਾਕੀ ਸਿਆਲਾਂ ਨੂੰ ਜਿੱਦਾਂ ਜੋੜਾ ਘਰ ਦੀ, ਫਿਰ ਜੋੜਾ ਘਰ ਲਾਈਦਾ ਬਾਹਰ, ਕਿਉਂਕਿ ਭਾਈ ਸੰਗਤ ਬਹੁਤ ਆਉਂਦੀ ਹੈ ਨਾ ਸ਼ਹੀਦਾਂ ਸਿੰਘਾਂ ਦੇ ਸਥਾਨ ਤੇ ਭਾਜੀ। ਬਾਈ ਜੀ ਕਿੱਦਾਂ ਦਾ ਮਹਿਸੂਸ ਕਰਦੇ ਇੱਥੇ ਗੁਰੂ ਘਰ ਨਾਲ ਜੁੜ ਕੇ ਤੇ ਸੇਵਾ ਕਰਕੇ ਜੀ? ਬਹੁਤ ਭਾਜੀ ਮਾਣ ਮਹਿਸੂਸ ਹੁੰਦਾ ਆ, ਭਾਗਾਂ ਵਾਲਾ ਸਮਝਦੇ ਆਪਣੇ ਆਪ ਨੂੰ ਕਿ ਅਸੀਂ ਗੁਰੂ ਘਰ ਨਾਲ ਜੁੜੇ ਹਾਂ ਤੇ ਇੱਥੇ ਸੇਵਾਵਾਂ ਕਰਦੇ ਹਾਂ ਭਾਜੀ। ਪੁੱਤ ਇੱਥੇ ਗੁਰੂ ਘਰ ਦੇ ਵਿੱਚ ਕਿਹੜੀ ਸੇਵਾ ਕਰਦਾ ਤੂੰ? ਮੈਂ ਜਾਂ ਸਬਜ਼ੀ ਵਰਤਾਂਦਾ ਹੁੰਦਾ ਅੰਗਰ, ਜਾਂ ਇੱਥੇ ਭਾਂਡੇ ਮਾਂਜਦਾ ਹੁੰਦਾ, ਜਾਂ ਇੱਧਰ ਸੇਵਾ ਕਰਾਂਦਾ, ਰੋਟੀ ਵਰਤਾਂਦਾ ਹੁੰਦਾ। ਇੱਥੇ ਕਿੱਦਾਂ ਦਾ ਮਹਿਸੂਸ ਕਰਦਾ ਤੂੰ? ਵਧੀਆ ਲੱਗਦਾ ਇੱਥੇ ਸੇਵਾ ਕਰਕੇ? ਹਾਂਜੀ, ਮਨ ਨੂੰ ਸ਼ਾਂਤੀ ਮਿਲਦੀ ਹੈ ਜੀ। ਨਿੱਕਾ ਬੱਚਾ ਕਹਿੰਦਾ ਵੀ ਇੱਥੇ ਗੁਰੂ ਘਰ ਵਿੱਚ ਸੇਵਾ ਕਰਕੇ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਆ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਜੀ ਕੀ ਨਾਮ ਜੀ ਆਪਣਾ? ਮੇਰਾ ਨਾਮ ਸੁਖਵਿੰਦਰ ਸਿੰਘ ਜੀ। ਕਿਹੜਾ ਪਿੰਡ ਬਾਈ ਜੀ? ਹਵੇਲੀ ਪਿੰਡ ਜੀ। ਬਾਈ ਜੀ ਇੱਥੇ ਤੁਸੀਂ ਕਿੰਨੇ ਸਮੇਂ ਤੋਂ ਆ ਰਹੇ ਆ ਇਸ ਗੁਰਦੁਆਰਾ ਸਾਹਿਬ ਜੀ? ਸਾਨੂੰ 10-12 ਸਾਲ ਹੋ ਗਿਆ ਜੀ ਇਸ ਗੁਰਦੁਆਰਾ ਸਾਹਿਬ ਆਉਂਦੇ ਨੂੰ। ਤੇ ਬਾਈ ਜੀ ਇੱਥੇ ਕਿਹੜੀ ਸੇਵਾ ਨਿਭਾਉਂਦੇ ਤੁਸੀਂ? ਅਸੀਂ ਪਾਰਕਿੰਗ ਦੀ ਸੇਵਾ ਹੁੰਦੀ ਆ ਜੀ, ਕਾਫੀ ਮੁੰਡੇ ਹੁੰਦੇ ਆ ਇੱਥੇ ਆਪਣੇ ਏਰੀਏ ਦੇ, ਜਿੱਦਾਂ ਅਲੱਗ-ਅਲੱਗ ਰਾਤ ਨੂੰ ਪਕੌੜਿਆਂ ਦੀ ਸੇਵਾ ਕਰਾਉਂਦੇ ਆ, ਹੋਰ ਕਾਫੀ ਕੰਮ ਚੱਲਦਾ ਹੀ ਰਹਿੰਦਾ ਜੀ ਸੇਵਾ ਦਾ। ਬਾਈ ਜੀ ਜਿੱਦਾਂ ਇੱਥੇ ਇਸ ਗੁਰਦੁਆਰਾ ਸਾਹਿਬ ਦੇ ਨਾਲ ਕਿੱਦਾਂ ਜੁੜੇ ਜਾਣਗੇ? ਕਿੱਦਾਂ ਕੋਈ ਲੈ ਕੇ ਆਇਆ ਸੀ ਤੁਹਾਨੂੰ? ਕਿੱਦਾਂ ਆਉਣੇ ਹੋਏ ਇਸ ਗੁਰਦੁਆਰਾ ਸਾਹਿਬ ਦੇ ਵਿੱਚ? ਦੇਖੋ ਜੀ, ਇਹ ਤਾਂ ਸਾਡੇ ਜਿੱਦਾਂ ਯਾਨੀ ਕਿ ਖੂਨ 'ਚ ਹੀ ਆ ਸਿੱਖ ਧਰਮ। ਅਸੀਂ ਜੁੜੇ ਤਾਂ ਸ਼ੁਰੂ ਤੋਂ ਹੀ ਮਹਾਰਾਜ ਨਾਲ ਹੀ ਆ, ਹੋਰ ਤਾਂ ਕਿਸੇ ਪਾਸੇ ਜਾ ਨਹੀਂ ਸਕਦੇ। ਇਹ ਤਾਂ ਸਾਡਾ ਜਿੱਦਾਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਗੁਰਦੁਆਰਾ ਵਾ, ਇਸ ਤੋਂ ਉੱਤੇ ਕੋਈ ਹੋਰ ਚੀਜ਼ ਹੈ ਨਹੀਂ ਜੀ। ਇਹ ਸਾਡੇ ਛੋਟੇ ਹੁੰਦਿਆਂ ਜਿੱਦਾਂ ਹੈਪੀ ਭਾਜੀ ਨਾਲ ਲਿਆਉਂਦੇ ਸੀ, ਬਸ ਉਸ ਤੋਂ ਹੀ ਪ੍ਰੇਰਿਤ ਹੋ ਕੇ ਆਪਾਂ ਸ਼ੁਰੂ ਤੋਂ ਹੀ ਸੇਵਾ ਕਰਦੇ ਆ ਗਏ ਜੀ।
ਜਿਹੜੇ ਤੁਸੀਂ ਦੱਸਿਆ ਵੀ ਹੈਪੀ ਭਾਜੀ ਦੇ ਨਾਲ ਇੱਥੇ ਨਿੱਕੇ ਹੁੰਦੇ ਆਉਂਦੇ ਹੁੰਦੇ ਸੀ, ਉਹ ਹੁਣ ਵੀ ਇੱਥੇ ਸੇਵਾ ਨਿਭਾਉਂਦੇ ਆ ਆਪਣੀ? ਹਾਂਜੀ ਭਾਜੀ ਬਹੁਤ ਸੇਵਾ ਕਰਦੇ ਆ ਜੀ, ਜਿੰਨੀ ਵੀ ਆਲੇ ਦੁਆਲੇ ਏਰੀਏ 'ਚ ਹੁੰਦੀ ਆ ਗੁਰਦੁਆਰਾ ਸਾਹਿਬ ਕਿਤੇ ਵੀ ਪਿੰਡ ਦੇ ਗੁਰਦੁਆਰੇ ਦਾ ਭਾਜੀ ਹੈਪੀ ਭਾਜੀ ਜ਼ਰੂਰ ਸੇਵਾ ਕਰਦੇ ਆ ਜੀ। ਇੱਥੇ ਆਣ ਕੇ ਸੇਵਾ ਕਰਕੇ ਕਿੱਦਾਂ ਦਾ ਮਹਿਸੂਸ ਕਰਦੇ ਆ? ਬਸ ਹੋਰ ਤਾਂ ਕੁਝ ਨਹੀਂ ਜੀ, ਦਿਲ ਨੂੰ ਸਕੂਨ ਬਹੁਤ ਮਿਲਦਾ ਸੇਵਾ ਕਰਕੇ। ਬਾਈ ਜੀ ਕੀ ਨਾਮ ਜੀ ਆਪਣਾ? ਮੇਰਾ ਨਾਮ ਭਾਜੀ ਜੁਝਾਰ ਸਿੰਘ। ਕਿਹੜਾ ਪਿੰਡ ਬਾਈ ਜੀ? ਭਾਜੀ ਮੇਰਾ ਪਿੰਡ ਹੈਗਾ ਚੱਬੇਵਾਲ ਦੇ ਕੋਲ ਮੈਨਾ। ਬਾਈ ਜੀ ਕਿੰਨੇ ਸਾਲ ਹੋ ਗਏ ਇੱਥੇ ਗੁਰਦੁਆਰਾ ਸਾਹਿਬ ਦੇ ਨਾਲ ਜੁੜੇ ਹੋਇਆਂ ਨੂੰ? ਸਾਨੂੰ ਭਾਜੀ ਹੋ ਗਏ ਆ ਲਗਭਗ 15 ਸਾਲ। 2000 ਸਮਝ ਲਓ 6 ਦੇ ਅਸੀਂ ਇੱਥੇ ਸੇਵਾ ਤੇ ਆਉਂਦੇ ਆ। ਪਾਰਕਿੰਗ ਦੀ ਸੇਵਾ ਹੋਈ, ਚਾਹੇ ਲੰਗਰ ਦੀ ਸੇਵਾ, ਚਾਹੇ ਛਬੀਲਾਂ ਦੀ ਸੇਵਾ, ਉਦੋਂ ਤੋਂ ਚੱਲਦੀ ਆ। ਹੋ ਗਏ ਸਾਨੂੰ 15-16 ਸਾਲ ਆਉਂਦੇ ਨੂੰ। ਬਾਈ ਜੀ ਇੱਥੇ ਜਿੱਦਾਂ ਮੰਗਲਵਾਰ ਆਉਂਦੇ ਜਾਂ ਹਰ ਰੋਜ਼ ਤੁਸੀਂ ਆਉਂਦੇ ਆ ਜੀ? ਨਹੀਂ ਅਸੀਂ ਭਾਜੀ ਮੰਗਲਵਾਰ ਆਈਦਾ। ਬਾਕੀ ਹੋਰ ਮੁੰਡੇ ਸੇਵਾਦਾਰ ਬਹੁਤ ਆ ਜਿਹੜੇ ਡੇਲੀ ਵੀ ਆਉਂਦੇ ਆ, ਜਾਂ ਕਈ ਸੋਮਵਾਰ ਰਾਤ ਨੂੰ ਆ ਜਾਂਦੇ ਆ। ਫਿਰ ਉਹਨੀ ਮੰਗਲਵਾਰ ਵੀ ਸਾਰਾ ਦਿਨ ਰਹਿਣਾ ਹੋਵੇ, ਮੰਗਲਵਾਰ ਰਾਤ ਨੂੰ ਜਾਣਾ ਆ। ਕੀ ਮਹਿਸੂਸ ਕਰਦੇ ਬਾਈ ਜੀ ਇੱਥੇ ਸੇਵਾ ਕਰਕੇ? ਭਾਜੀ ਮਹਿਸੂਸ ਕੀ, ਮੈਂ ਤਾਂ ਆਪਣਾ ਨਿੱਜੀ ਵਿਚਾਰ ਦੱਸ ਦਿੰਦਾ ਵੀ ਜਦੋਂ ਦੇ ਅਸੀਂ ਇੱਥੇ ਸੇਵਾ ਤੇ ਜੁੜੇ ਆ, ਸਮਝ ਲਓ ਵੀ ਜੋ ਨਸ਼ਾ ਆ ਜਾਂ ਸ਼ਰਾਬ ਆ, ਇਹਨਾਂ ਚੀਜ਼ਾਂ ਤੋਂ ਦੂਰ ਹੋ ਗਏ। ਇੱਥੋਂ ਤੱਕ ਕਿ ਨੌਨ ਵੈਜ ਤੋਂ ਵੀ ਅਸੀਂ ਦੂਰ ਹੋ ਗਏ ਆ। ਸਿੱਖੀ ਬਾਣੇ 'ਚ ਤਾਂ ਨਹੀਂ ਆਏ, ਪਰ ਅਸੀਂ ਉਹਦਾ ਪ੍ਰੋਪਰ ਸਿੱਖੀ ਵੱਲੋਂ ਚੱਲ ਗਏ ਆ, ਜਿਹੜੀਆਂ ਰਹਿਤ ਮਰਿਆਦਾ ਉਹਨਾਂ ਵੱਲੋਂ ਚੱਲ ਗਏ ਅਸੀਂ। ਬਾਈ ਨੇ ਬਹੁਤ ਵਧੀਆ ਮੈਸੇਜ ਦਿੱਤਾ ਵੀ ਜਦੋਂ ਦਾ ਮੈਂ ਗੁਰੂ ਘਰ ਦੇ ਨਾਲ ਜੁੜਿਆ ਆ ਵੀ ਮੈਂ ਜਾਣੀ ਕਿ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਇਹ ਮਹਿਸੂਸ ਕੀਤਾ ਵੀ ਮੈਂ ਜਿੱਦਾਂ ਪਹਿਲਾਂ ਨੌਨ ਵੈਜ ਖਾ ਲੈਂਦਾ ਸੀਗਾ ਜਾਂ ਸ਼ਰਾਬ ਦਾ ਸੇਵਨ ਕਰ ਲੈਂਦਾ ਸੀ, ਉੱਤੋਂ ਮੈਂ ਹਟ ਕੇ ਬਈ ਸਿੱਖੀ ਰਾਹ ਦੇ ਉੱਤੇ ਚੱਲ ਗਿਆ ਆ। ਬਾਈ ਜੀ ਇੱਥੇ ਗੁਰੂ ਘਰ ਦੇ ਨਾਲ ਕਿੱਦਾਂ ਜੁੜੇ ਸੀ ਤੁਸੀਂ? ਮੈਂ ਭਾਜੀ ਜਦੋਂ ਕਾਲਜ ਲੱਗਾ ਸੀਗਾ, ਇਹ 2011 ਦੀ ਗੱਲ ਆ, ਉਸ ਤੋਂ ਬਾਅਦ ਅਸੀਂ ਇੱਥੇ ਆਉਣ ਲੱਗੇ ਲਗਾਤਾਰ 10 ਸਾਲ ਹੋ ਗਏ ਮੈਨੂੰ ਇੱਥੇ ਆਉਂਦੇ ਨੂੰ। ਤੇ ਸਾਡੇ ਹੈਪੀ ਭਾਜੀ ਇੱਥੇ ਸੇਵਾ ਕਰਦੇ ਤੇ ਉਹਨਾਂ ਨਾਲ ਸੇਵਾ ਕਰਦੇ ਆਂ ਅਸੀਂ। ਬਾਈ ਜੀ ਕਿੱਦਾਂ ਦਾ ਮਹਿਸੂਸ ਕਰਦੇ ਇੱਥੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਜੀ? ਮਹਿਸੂਸ ਦੀ ਭਾਜੀ ਗੱਲ ਇੱਦਾਂ ਪਈ, ਆਪਣੇ ਆਪ ਨੂੰ ਬਹੁਤ ਮਨ ਨੂੰ ਖੁਸ਼ੀ ਹੁੰਦੀ ਆ, ਮਨ ਨੂੰ ਸ਼ਾਂਤੀ ਆ ਜਦੋਂ ਦੇ ਅਸੀਂ ਸੇਵਾ ਨਾਲ ਜੁੜੇ ਹੋਵਾਂ। ਤੇ ਲੋਕ ਵੀ ਇੱਜ਼ਤ ਕਰਦੇ ਆ ਆਲੇ ਦੁਆਲੇ ਦੇ, ਹੈ ਨਾ। ਤੇ ਵਧੀਆ ਜ਼ਿੰਦਗੀ ਵਧੀਆ ਚੱਲਦੀ ਮਹਾਰਾਜ ਦੀ ਕਿਰਪਾ ਨਾਲ ਜਦੋਂ ਦੇ ਸੇਵਾ ਨਾਲ ਜੁੜੇ ਹੋਵਾਂ। ਜਿਹੜੇ ਤੁਸੀਂ ਇੱਥੇ ਸੇਵਾ ਕਰਦੇ ਆ, ਕਿੱਥੋਂ ਕਿਹੜੇ ਪਿੰਡਾਂ ਦੇ ਤੁਹਾਡੇ ਨਾਲ ਮੁੰਡੇ ਜੁੜੇ ਹੋ ਆ ਜੀ? ਹੋਰ ਵੀ ਸੇਵਾ ਨਾਲ ਤਾਂ ਭਾਜੀ ਮਤਲਬ ਤਕਰੀਬਨ ਕਾਫੀ ਦੂਰ ਤੋਂ ਮੁੰਡੇ ਆਉਂਦੇ, ਬਲਾਚੌਰ ਤੋਂ, ਹੁਸ਼ਿਆਰਪੁਰ ਸਾਈਡ ਤੋਂ, ਚੱਬੇਵਾਲ ਸਾਈਡ ਤੋਂ ਸਾਡੇ ਭਾਜੀ ਹੁਣੀ ਇਹ ਆਉਂਦੇ ਪੱਕੇ ਹੀ ਆ ਜਿਹੜੇ। ਤੇ ਆਲੇ ਦੁਆਲੇ ਦੇ ਇੱਧਰੋਂ ਕੋਟ ਤੋਂ ਕਾਫੀ ਆਲੇ ਦੁਆਲੇ ਦੇ ਏਰੀਆ ਦੇ ਸਾਰੇ ਮੁੰਡੇ ਬਹੁਤ ਵਧੀਆ ਜੁੜੇ ਹੋਏ ਸਾਡੇ ਨਾਲ। ਧੰਨਵਾਦ ਬਾਈ ਜੀ। ਥੈਂਕ ਯੂ ਭਾਜੀ। ਬਾਈ ਸਤਿ ਸ਼੍ਰੀ ਅਕਾਲ ਜੀ। ਜੀ ਬਾਈ ਜੀ ਕੀ ਨਾਮ ਜੀ ਆਪਣਾ? ਭਾਜੀ ਹਰਨੀਤ ਸਿੰਘ ਰਾਏ ਜੀ। ਕਿਹੜਾ ਪਿੰਡ ਬਾਈ ਜੀ ਆਪਣਾ? ਪਿੰਡ ਭਾਜੀ ਕਾਲੇ ਵਾਲੇ ਲੱਲੀਆਂ, ਗੜ੍ਹ ਸ਼ੰਕਰ ਦੇ ਕੋਲੇ ਆ ਜੀ। ਬਾਈ ਜੀ ਤੁਸੀਂ ਗੜ੍ਹ ਸ਼ੰਕਰ ਦੇ ਕੋਲੋਂ ਆਉਂਦੇ ਆ, ਜਾਣੀ ਕਿ ਕਿੱਦਾਂ ਇਸ ਗੁਰੂ ਘਰ ਦੇ ਨਾਲ ਜੁੜੇ ਜੀ ਤੁਸੀਂ? ਭਾਜੀ ਮੈਂ ਖਾਲਸਾ ਕਾਲਜ ਮਾਲਪੁਰ ਦਾ ਵਿਦਿਆਰਥੀ ਰਿਹਾ ਜੀ 2015 ਤੋਂ। 15 ਤੋਂ ਭਾਜੀ ਮੈਂ ਭੰਗੜਾ ਟੀਮ ਦੇ ਅਸੀਂ ਜੁਆਇਨ ਕੀਤੀ ਸੀਗੀ ਕਾਲਜ ਦੇ ਵਿੱਚ। ਕਾਲਜ ਤੋਂ ਭਾਜੀ ਹੁਣਾਂ ਜੋਧੇ ਭਾਜੀ ਹੁਣਾਂ ਦੇ ਨਾਲ ਸਬੱਬ ਹੋਏ, ਸਾਡੇ ਮੇਲ ਹਨਾ ਹੋਏ ਆ। ਇਹ ਭਾਜੀ ਹੁਣੀ ਸਾਨੂੰ ਗੁਰੂ ਘਰ ਲੈ ਕੇ ਆਏ ਆ ਜੀ ਇੱਥੇ। ਤੇ ਇਸ ਗੁਰੂ ਘਰ ਦੇ ਵਿੱਚ ਤੋਂ ਬਹੁਤ ਸਾਰੀਆਂ ਸਾਨੂੰ ਪ੍ਰਾਪਤੀਆਂ ਹੋਈਆਂ। ਤੋਂ ਐਸੀ ਸਾਡੀ ਉਦੋਂ ਦੀ ਲਗਨ ਬਹੁਤ ਜ਼ਿਆਦਾ ਹੋ ਗਈ ਗੁਰੂ ਘਰ ਦੇ ਨਾਲ। ਤੇ ਅੱਜ ਆਪਾਂ ਸਮਾਂ ਕੱਢ ਕੇ ਪਹੁੰਚਦੇ ਹਾਂ ਜੀ ਇੱਥੇ। ਜਿਹੜੇ ਤੁਹਾਡੇ ਵਰਗੇ ਹੋਰ ਯੂਥ ਵਾ ਉਹਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਵੀ ਗੁਰੂ ਘਰਾਂ ਨਾਲ ਜੁੜੋ, ਕਿੱਦਾਂ ਸਮਝਦੇ ਆ ਜੀ? ਮੈਸੇਜ ਭਾਜੀ ਇਹ ਹੈ ਕਿ ਦੇਖੋ ਗੁਰੂ ਘਰ ਹਰ ਇੱਕ ਦੇ ਲਈ ਜਿਹੜਾ ਇਤਿਹਾਸ ਆ ਜ਼ਰੂਰੀ ਆ ਨਾ। ਇਤਿਹਾਸ ਹਰ ਇੱਕ ਨੂੰ ਨੌਲੇਜ ਹੋਣੀ ਚਾਹੀਦੀ ਆ। ਉਹ ਇਤਿਹਾਸ ਸਾਨੂੰ ਗੁਰੂ ਘਰ ਤੋਂ ਹੀ ਮਿਲੂਗਾ। ਬਾਣੀ ਪੜ੍ਹਾਂਗੇ, ਚੰਗੇ ਕੰਮ ਕਰਾਂਗੇ, ਮਤਲਬ ਦੁਨਿਆਵੀ ਜਿਹੜੇ ਆਪਾਂ ਕਾਂਡ ਇਹਨਾਂ ਤੋਂ ਬਚਾਂਗੇ। ਸੋ ਇਹ ਮੈਸੇਜ ਹੈ ਕਿ ਵੱਧ ਤੋਂ ਵੱਧ ਜਿੰਨਾ ਸਮਾਂ ਕੱਢ ਸਕਦੇ ਆ ਜੁੜੋ, ਆਪਣੇ ਧਰਮ ਦੇ ਨਾਲ ਜੁੜੋ ਜੀ। ਬਾਈ ਜੀ ਕੀ ਨਾਮ ਜੀ ਆਪਣਾ? ਮੇਰਾ ਨਾਮ ਮਨਪ੍ਰੀਤ ਸੇਠੀ ਹੈ ਜੀ। ਬਾਈ ਜੀ ਕਿਹੜਾ ਪਿੰਡ ਜੀ? ਮੇਰਾ ਪਿੰਡ ਖੇੜਾ ਜੀ, ਪਾਲਦੀ ਦੇ ਕੋਲ ਜੀ। ਬਾਈ ਜੀ ਇੱਥੇ ਗੁਰੂ ਘਰ ਦੇ ਨਾਲ ਕਿੱਦਾਂ ਜੁੜੇ ਜੀ ਤੁਸੀਂ? ਮੇਰਾ ਗੁਰੂ ਘਰ ਜੀ ਆਉਂਦੇ ਨੂੰ ਮੈਨੂੰ ਤਕਰੀਬਨ 2-3 ਸਾਲ ਹੋ ਗਿਆ ਜੀ। ਤੇ ਮੇਰਾ ਜੀ ਗੁਰੂ ਘਰ ਨਾਲ ਜੁੜਨ ਦਾ ਮੇਨ ਸਬਬ ਸਾਡੇ ਪ੍ਰਧਾਨ ਸਾਹਿਬ ਜੋਧਵੀਰ ਸਿੰਘ ਜੀ, ਇਹਨਾਂ ਨੇ ਮੈਨੂੰ ਇੱਥੇ ਆਉਣਾ ਇਹਨਾਂ ਨਾਲ ਮੈਂ ਸ਼ੁਰੂ ਕੀਤਾ ਸੀਗਾ ਜੀ। ਤੇ ਇਹਨਾਂ ਨਾਲ 1-2 ਵਾਰੀ ਆ ਕੇ ਇੱਥੇ ਸੇਵਾ ਦਾ ਸਾਨੂੰ ਮੌਕਾ ਮਿਲਿਆ। ਤਾਂ ਉਸ ਤੋਂ ਬਾਅਦ 'ਚੋਂ ਨਹੀਂ ਫਿਰ 2-3 ਸਾਲ ਲਗਾਤਾਰ ਹੋ ਗਿਆ ਜੀ ਮੈਂ ਇੱਥੇ ਭਾਜੀ ਹੁਣ ਦੇ ਨਾਲ ਸੇਵਾ। ਤੇ ਇੱਥੇ ਪਾਰਕਿੰਗ ਦੀ ਹੋਵੇ ਚਾਹੇ ਅੰਦਰ ਕੋਈ ਸੇਵਾ ਹੋਵੇ, ਅਸੀਂ ਇੱਥੇ ਆਪਣਾ ਪੂਰਾ ਫਰਜ਼ ਨਿਭਾਈਦਾ ਜੀ। ਜਿੱਦਾਂ ਬਾਈ ਤੁਸੀਂ ਦੱਸਿਆ ਤੁਹਾਡਾ ਪਿੰਡ ਖੇੜਾ ਆ, ਬਈ ਇੱਥੋਂ ਖੇੜਾ 3-4 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੋਣਾ। ਫਿਰ ਤੁਸੀਂ ਡੇਲੀ ਆਉਂਦੇ ਆ ਜਾਂ ਮੰਗਲਵਾਰ ਆਉਂਦੇ ਜੀ ਤੁਸੀਂ? ਅਸੀਂ ਇੱਦਾਂ ਤਾਂ ਜੀ ਮੰਗਲਵਾਰ ਦੀ ਮੰਗਲਵਾਰ ਆਈਦਾ ਜੀ,
ਸਵੇਰੇ 6:30 ਵਜੇ ਤੱਕ ਇੱਥੇ ਅਸੀਂ ਪਹੁੰਚ ਜਾਈਦਾ ਜੀ ਪਾਰਕਿੰਗ ਦੀ ਸੇਵਾ ਲਈ। ਬਾਕੀ ਜੇ ਡੇਲੀ ਕੋਈ ਵੀ ਸੇਵਾ ਸਾਨੂੰ ਫੋਨ ਆ ਰਹੇ ਭਾਜੀ ਹੁਣ ਦੇ ਵੀ ਸੇਵਾ ਇੱਦਾਂ ਆ, ਕੋਈ ਵੀ ਸੇਵਾ ਇੱਥੇ ਹੈਗੀ ਆ ਜਾਂ ਅਸੀਂ ਆਉਣਾ ਆ, ਅਸੀਂ ਇੱਥੇ ਸ਼ਾਮ ਨੂੰ ਜਾਂ ਸਵੇਰ ਨੂੰ ਜਦੋਂ ਵੀ ਸਾਡਾ ਟਾਈਮ ਲੱਗੇ ਅਸੀਂ ਪਹੁੰਚ ਜਾਈਦਾ ਜੀ। ਬਾਈ ਜੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਕਿੱਦਾਂ ਦਾ ਮਹਿਸੂਸ ਕਰਦੇ ਆ ਜੀ? ਸਾਨੂੰ ਬਹੁਤ, ਇੱਕ ਤਾਂ ਮਨ ਨੂੰ ਸ਼ਾਂਤੀ ਬਹੁਤ ਮਿਲਦੀ ਹੈ ਜੀ ਗੁਰੂ ਘਰ ਆ ਕੇ। ਦੂਸਰਾ ਜੀ ਅਸੀਂ ਇੱਥੋਂ ਜੋ ਵੀ ਆਪਣੇ ਮਨ ਨਾਲ ਕੀਤੀ ਸੇਵਾ ਸਾਨੂੰ ਉਹਦੀ ਸਾਨੂੰ ਉੱਥੇ ਪੂਰੀ ਪ੍ਰਾਪਤੀ ਹੋਈ ਆ। ਅਸੀਂ ਜਾਣ ਕੇ ਪੂਰੀ ਖੁਸ਼ ਅਸੀਂ ਗੁਰੂ ਘਰ ਦੀ ਸੇਵਾ ਕਰਕੇ ਜੀ। ਧੰਨਵਾਦ ਬਾਈ ਜੀ। ਸ਼ੁਕਰੀਆ। ਜਿਨ ਸ਼ਬਦ ਸਾਧ ਲਾਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚ ਹੋ